ਮੁੱਖ ਮੰਤਰੀ ਸਾਹਿਬ ਨੂੰ ਫੋਟੋ ਖਿਚਾਉਣ ਤੋਂ ਤਾਂ ਦਿੱਲੀ ਦਰਬਾਰ 'ਚ ਉੱਥੇ ਆਪਣੀ ਸਲਾਮੀ ਮਾਰਨ 'ਚੋਂ ਸਮਾਂ ਨਹੀਂ। ਇੱਥੇ ਕਿਸਾਨ ਤਰਾਈ ਡੀਏਪੀ ਵਾਸਤੇ ਬਲੈਕ ਮਾਰਕੀਟ 'ਚ ਵਿਕ ਰਿਹਾ ਹੈਗਾ। 1200 ਦੀ ਚੀਜ਼ 1600 'ਚ ਵਿਕ ਰਹੀ ਹੈ, ਲੇਕਿਨ ਨਾ ਮੰਡੀ 'ਚ ਮੁੱਖ ਮੰਤਰੀ ਪਹੁੰਚਿਆ, ਘੱਟੋ-ਘੱਟ ਉੱਥੋਂ ਜਾ ਕੇ ਫੋਟੋ ਖਿਚਾ ਲੈਣ। ਮੈਂ ਤਾਂ ਹਰ ਥਾਂ ਜਾ ਕੇ ਗਰੀਬਾਂ ਨੂੰ ਪੁੱਛ ਰਹੀ, ਕਿਸੇ ਨੂੰ ਪਲਾਟ ਮਿਲਿਆ ਤਾਂ ਕਿਸੇ ਨੂੰ ਪਤਾ ਨਹੀਂ ਕਿੱਥੇ ਫੋਟੋ ਖਿਚਾਉਣ ਵਾਸਤੇ। ਕਿਸਾਨਾਂ ਦੇ ਇਹ ਮਸਲਿਆਂ ਨੂੰ ਹੱਲ ਕਰਨ ਵਾਸਤੇ ਜੇ ਗਾਂਧੀ ਪਰਿਵਾਰ ਦੇ ਘਰੇ ਜਦ ਉਂਗਲੀ ਇਸ਼ਾਰਾ ਕੀਤਾ ਭੱਜੇ ਜਾਂਦੇ ਨੇ, ਜਾ ਕੇ ਕੇਂਦਰ ਤੇ ਜਾ ਕੇ ਜਿੱਥੇ ਡੀਏਪੀ ਦੀ ਘਾਟ ਹੈ ਉਸ ਮੰਤਰੀ ਨੂੰ ਮਿਲਣ, ਜਿਹੜੀ ਫਸਲ ਦੀ ਚਕਾਈ ਨਹੀਂ ਹੋਈ ਉਸ ਮੰਤਰੀ ਨੂੰ ਮਿਲਣ, ਜਿਹੜੇ ਕਿਸਾਨ ਸੜਕਾਂ ਤੇ ਸਾਲ ਭਰ ਤੋਂ ਰੁਲ ਰਹੇ ਨੇ ਉਹਨਾਂ ਨੂੰ ਹੱਲ ਕਰਨ। ਸੋ ਇਹਨਾਂ ਲੋਕਾਂ ਪ੍ਰਤੀ ਧਿਆਨ ਨਹੀਂ ਤਾਂ ਕੁਰਸੀ ਦੀ ਲੜਾਈ ਲੜੀ ਜਾ ਰਹੇ ਨੇ। 5 ਸਾਲ ਇਹਨਾਂ ਦੇ ਕੋਲ ਸੀਗੇ, ਫੜ ਲੈਣ। ਨਸ਼ੇ ਤਾਂ 5 ਗੁਣਾ ਵੱਧ ਗਏ ਨੇ ਕਿ ਅੱਜ ਵੀ ਕੋਈ ਹੋਰ ਵੇਚ ਰਿਹਾ ਕਿ ਖੁਦ ਵੇਚ ਰਹੇ ਨੇ। ਕੱਲੇ ਬਾਦਲ ਜੇਲ। ਇੱਕ ਪਾਸੇ ਚੰਨੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਧੜਾ-ਧੜ ਐਲਾਨ ਕੀਤੇ ਜਾ ਰਹੇ ਨੇ, ਰੇਤਾ ਬਿਜਲੀ ਸਸਤੀ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਸੂਬਾ ਸਰਕਾਰ ਨੂੰ ਲੰਮੇ ਹੱਥੀ ਲੈ ਰਹੀਆਂ ਨੇ। ਜੀ ਹਾਂ, ਦਰਅਸਲ ਫਿਰੋਜ਼ਪੁਰ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਾਂਗਰਸ ਸਰਕਾਰ ਫੇਲ ਸਾਬਤ ਹੋਈ ਹੈ। ਉਹਨੇ ਕਿਹਾ ਕਿ ਕਾਂਗਰਸ ਵੱਲੋਂ ਪਿਛਲੇ 4 ਸਾਲਾਂ 'ਚ ਕੁਝ ਵੀ ਨਹੀਂ ਕੀਤਾ ਗਿਆ ਅਤੇ ਹੁਣ ਜੋ ਐਲਾਨ ਕੀਤੇ ਜਾ ਰਹੇ ਨੇ ਉਹ ਮਹਿਜ ਇੱਕ ਚੁਣਾਵੀ ਸਟੰਟ ਹੈ। ਪੰਜਾਬ ਦੇ ਵਿੱਚ ਹੋ ਰਹੀ ਹੈ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਹ ਸਰਕਾਰ ਦਾ ਫੇਲੀਅਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਜੀ? ਬਿਲਕੁਲ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ। ਮੰਡੀਆਂ ਸਾਰੀਆਂ ਭਰੀਆਂ ਪਈਆਂ ਨੇ, ਲੋਕਾਂ ਨੇ ਸੜਕਾਂ ਤਾਈਂ ਫਸਲਾਂ 'ਚ ਸਿੱਟੀਆਂ ਹੋਈਆਂ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਫੋਟੋ ਖਿਚਾਉਣ ਤੋਂ ਤਾਂ ਦਿੱਲੀ ਦਰਬਾਰ 'ਚ ਉੱਥੇ ਆਪਣੀ ਸਲਾਮੀ ਮਾਰਨ 'ਚੋਂ ਸਮਾਂ ਨਹੀਂ। ਇੱਥੇ ਕਿਸਾਨ ਤਰਾਈ ਡੀਏਪੀ ਵਾਸਤੇ ਬਲੈਕ ਮਾਰਕੀਟ 'ਚ ਵਿਕ ਰਿਹਾ ਹੈਗਾ। 1200 ਦੀ ਚੀਜ਼ 1600 'ਚ ਵਿਕ ਰਹੀ ਹੈ, ਲੇਕਿਨ ਨਾ ਮੰਡੀ 'ਚ ਮੁੱਖ ਮੰਤਰੀ ਪਹੁੰਚਿਆ, ਘੱਟੋ-ਘੱਟ ਉੱਥੋਂ ਜਾ ਕੇ ਫੋਟੋ ਖਿਚਾ ਲੈਣ। ਜਾਂ ਜਿਹੜੀ ਬਲੈਕ ਮਾਰਕੀਟ ਡੀਏਪੀ ਦੀ ਦੁਕਾਨਾਂ ਦੇ ਸਾਹਮਣੇ ਇੰਨੀ ਲੰਬੀ ਕਤਾਰ ਹੈ ਉੱਥੇ ਜਾ ਕੇ ਪੁੱਛਗਿੱਛ ਕਰ ਲੈਣ। ਲੇਕਿਨ ਇਹਨਾਂ ਚੀਜ਼ਾਂ ਵਾਸਤੇ ਸਮਾਂ ਨਹੀਂ। ਕਦੇ ਕਿਸੇ ਗਰੀਬ ਦੇ ਦੀਵਾਲੀ 'ਚ ਵੀ ਮਕਾਨ ਦੇ ਤਾਂ ਉੱਥੇ ਦੀਆ ਜਲਾ ਰਹੇ ਨੇ। ਮੈਂ ਤਾਂ ਹਰ ਥਾਂ ਜਾ ਕੇ ਗਰੀਬਾਂ ਨੂੰ ਪੁੱਛ ਰਹੀ, ਕਿਸੇ ਨੂੰ ਪਲਾਟ ਮਿਲਿਆ ਤਾਂ ਕਿਸੇ ਨੂੰ ਪਤਾ ਨਹੀਂ ਕਿੱਥੇ ਫੋਟੋ ਖਿਚਾਉਣ ਵਾਸਤੇ। ਸੋ ਬੜੀ ਅਫਸੋਸ ਦੀ ਗੱਲ ਕਿ ਇਹ 100 ਦਿਨਾਂ ਦੀ ਸਰਕਾਰ ਜਿਨ੍ਹਾਂ ਦੇ ਕੋਲ ਬਹੁਤ ਘੱਟ ਸਮਾਂ ਸੀ, ਬਹੁਤ ਸਾਰੇ ਆਪਣੇ ਵਾਅਦੇ ਪੂਰੇ ਕਰਨ ਵਾਸਤੇ, ਜਿਨ੍ਹਾਂ ਵਾਅਦਿਆਂ ਦੇ ਉੱਤੇ ਲੋਕਾਂ ਨੇ ਇਹਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਨਾਲ ਇਹਨਾਂ ਦੀ ਸਰਕਾਰ ਬਣਾਈ ਸੀ ਤੇ ਗਰੀਬ ਹੋਣ ਦੇ ਨਾਤੇ ਗੱਲਾਂ ਵੀ ਬਹੁਤ ਕੀਤੀਆਂ ਸੀ। ਲੇਕਿਨ ਅਫਸੋਸ ਹੈ ਕਿ ਕੱਲੇ ਐਲਾਨ ਕੀਤੇ ਗਏ ਨੇ, ਲੇਕਿਨ ਲੋਕਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਸਿਰਫ ਕੋਡ ਆਫ ਕੰਡਕਟ ਤਾਂ ਟਾਈਮ ਟਪਾਇਆ ਜਾ ਰਿਹਾ ਹੈ ਵਾਅਦੇ ਦੇ ਉੱਤੇ ਵਾਅਦੇ ਕਰਕੇ। ਮੈਂ ਤੁਸੀਂ ਕੱਲ ਟਵੀਟ ਕੀਤਾ ਸੀਗਾ 13% ਜਿਹੜੀ ਹੈ ਹਲੇ ਪਈ ਹੈਗੀ ਹੈ। ਜੇ ਝੋਨੇ ਦੀ ਗੱਲ ਕਰੀਏ ਤਾਂ ਮੰਡੀਆਂ ਬੰਦ ਕਰ ਦਿੱਤੀਆਂ, ਕਿਸਾਨ ਪਰੇਸ਼ਾਨ ਹੋ ਰਹੇ ਨੇ। ਬਿਲਕੁਲ, ਮੰਡੀਆਂ ਵੀ ਬੰਦ ਕਰਤੀਆਂ ਨੇ, ਪਰਚੇਸ ਵੀ ਬੰਦ ਹੋਈ ਹੈ। ਕੇਂਦਰ ਵੀ ਜਿੰਨਾ ਖਰੀਦਦੀ ਸੀ ਉਹਨਾਂ ਨੇ ਵੀ ਐਲਾਨ ਕੀਤਾ ਕਿ ਉਸ ਤੋਂ ਘੱਟ ਅਸੀਂ ਖਰੀਦਦੇ ਹਾਂ। ਲੇਕਿਨ ਇਹ ਸਰਕਾਰ ਕਿਸਾਨਾਂ ਦੇ ਇਹ ਮਸਲਿਆਂ ਨੂੰ ਹੱਲ ਕਰਨ ਵਾਸਤੇ ਜੇ ਗਾਂਧੀ ਪਰਿਵਾਰ ਦੇ ਘਰੇ ਜਦ ਉਂਗਲੀ ਇਸ਼ਾਰਾ ਕੀਤਾ ਭੱਜੇ ਜਾਂਦੇ ਨੇ, ਜਾ ਕੇ ਕੇਂਦਰ ਤੇ ਜਾ ਕੇ ਜਿੱਥੇ ਡੀਏਪੀ ਦੀ ਘਾਟ ਹੈ ਉਸ ਮੰਤਰੀ ਨੂੰ ਮਿਲਣ, ਜਿਹੜੀ ਫਸਲ ਦੀ ਚਕਾਈ ਨਹੀਂ ਹੋਈ ਉਸ ਮੰਤਰੀ ਨੂੰ ਮਿਲਣ, ਜਿਹੜੇ ਕਿਸਾਨ ਸੜਕਾਂ ਤੇ ਸਾਲ ਭਰ ਤੋਂ ਰੁਲ ਰਹੇ ਨੇ ਉਹਨਾਂ ਨੂੰ ਹੱਲ ਕਰਨ। ਸੋ ਇਹਨਾਂ ਲੋਕਾਂ ਪ੍ਰਤੀ ਧਿਆਨ ਨਹੀਂ ਤਾਂ ਕੁਰਸੀ ਦੀ ਲੜਾਈ ਲੜੀ ਜਾ ਰਹੇ ਨੇ। ਇਹ ਸਿਰਫ ਟ੍ਰੇਲਰ ਹੈਗਾ ਇਹ 100 ਦਿਨ ਕਿ ਰੱਬ ਨਾ ਕਰੇ ਗਲਤੀ ਨਾਲ ਇਹੋ ਜਿਹੀ ਪਾਰਟੀਆਂ ਬਣ ਗਿਆ। ਕੇਜਰੀਵਾਲ ਦਾ ਭਾਈ ਆਹੀ ਹਾਲ ਹੋਣਾ ਹੈਗਾ। ਆਮ ਆਦਮੀ ਪਾਰਟੀ ਦੇ 18 ਬੰਦੇ ਨਹੀਂ ਸਾਂਭ ਸਕੇ, ਉਹਨਾਂ ਦਾ ਇਸ ਤੋਂ ਵੀ ਮਾੜਾ ਹਾਲ ਹੋਣਾ ਹੈ। ਸੋ ਇਹ ਪੰਜਾਬ ਦੇ ਲੋਕਾਂ ਵਾਸਤੇ ਇੱਕ ਟ੍ਰੇਲਰ ਦਿੱਤਾ ਹੈ ਰੱਬ ਨੇ ਕਿ ਦੇਖ ਲਓ, ਜੇ ਚੰਗੀ ਬਹੁਮਤ ਦੇ ਨਾਲ ਤਜਰਬੇਦਾਰ ਪਾਰਟੀ ਨੂੰ ਤੁਸੀਂ ਨਹੀਂ ਬਣਾਇਆ, ਜਿਨ੍ਹਾਂ ਨੂੰ ਤੁਸੀਂ ਪਰਖਿਆ ਵੇਖਿਆ ਹੋਇਆ ਹੈ, ਫਿਰ ਇਹਨਾਂ ਪਾਰਟੀਆਂ ਨੇ ਤਾਂ ਜਿਹੜਾ ਅੱਜ ਹੋ ਰਿਹਾ ਇਹ ਅਗਲੇ 5 ਸਾਲ ਆਈ ਕੁਝ ਦੇਖਣ ਨੂੰ ਮਿਲੇਗਾ, ਜਿੱਥੇ ਲੋਕੀ ਪੈਸਣਗੇ ਤੇ ਆਪ ਇਹ ਰਾਜਨੀਤੀ ਕਰਕੇ ਆਪਣੀ ਜੇਬਾਂ ਭਰਨਗੇ ਤੇ ਲੋਕਾਂ ਦੇ ਉੱਤੇ ਪਰਚੇ ਕਰਨਗੇ। ਨਵਜੋਤ ਦੇ ਅਨਾਉਂਸਮੈਂਟ ਕੀਤੀਆਂ ਹੈਗੀਆਂ ਨੇ, ਜਿਹੜੀ ਰੇਤਾਂ ਦੇ ਰੇਟ ਘਟਾਏ ਹੈਗੇ, ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ? ਸਭ ਸਿਆਸੀ ਚੋਣ ਦਾ ਸਟੰਟ। 5 ਸਾਲ ਇਹਨਾਂ ਦੀ ਸਰਕਾਰ ਰਹੀ ਹੈ, ਆ ਵੀ ਐਮਐਲਏ ਰਹੇ ਨੇ, ਇਹਨਾਂ ਦੇ ਬਾਰੇ ਕਿੰਨੀ ਵਾਰੀ ਇਹਨਾਂ ਨੇ ਜਾ ਕੇ ਇਹ ਲੜਾਈ ਲੋਕਾਂ ਦੇ ਮੁੱਦਿਆਂ ਤੇ ਲੜੀ ਹੈਗੀ। ਹੁਣ ਕਦੇ ਮੈਂ ਬਿਜਲੀ ਦਾ ਫਲਾਹ ਮਾਫ ਕਰਤਾ, ਥਰਮਲ ਤਾਂ ਤੁਹਾਡੇ ਇੱਕ ਤੋਂ ਬਾਅਦ ਇੱਕ ਬੰਦ ਹੋਈ ਜਾ ਰਹੇ ਨੇ। ਸਿਰਫ ਸਿਆਸੀ ਸਟੰਟ ਖੇਡੇ ਜਾ ਰਹੇ ਨੇ ਲੋਕਾਂ ਨੂੰ ਇਹ ਕਰਨ ਵਾਸਤੇ ਕਿ ਜਾਂ ਤਾਂ ਬੜਾ ਕੰਮ ਬਹੁਤ ਕਰਦਾ ਹੈਗਾ, ਕੀ ਕਰੀਏ, ਚੋਣ ਜਾਬਤਾ ਆ ਗਿਆ, ਨਹੀਂ ਤਾਂ ਬਹੁਤ ਕੁਛ ਹੈ। ਲੇਕਿਨ ਇਸ ਮੌਕੇ ਹਰਸਿਮਰਤ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਖੂਬ ਨਿਸ਼ਾਨੇ ਸਾਧੇ ਨੇ। ਉਹਨਾਂ ਨਸ਼ੇ ਦੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ 5 ਸਾਲਾਂ 'ਚ ਕਾਂਗਰਸ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ, ਜਦੋਂ ਕਿ ਅੱਜ ਦੇ ਸਮੇਂ 'ਚ ਨਸ਼ੇ ਤੇਜ਼ੀ ਨਾਲ ਵੱਧ ਰਹੇ ਨੇ। ਨਵਜੋਤ ਕੌਰ ਸਿੱਧੂ ਦਾ ਇੱਕ ਬਿਆਨ ਆਇਆ ਕਿ ਡਰੱਗ ਮਾਮਲੇ ਨੂੰ ਲੈ ਕੇ ਰਿਪੋਰਟ ਜਿਹੜੀ ਜਨਤਕ ਕੀਤੀ ਜਾਵੇ ਤਾਂ ਕਿ ਮਜੀਠੀਆ ਦੀ ਜਿਹੜੀ ਸੱਚਾਈ ਆ ਉਹ ਸਾਹਮਣੇ ਆ ਸਕੇ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਕਿਵੇਂ ਦੇਖਦੇ ਆ? ਉਹਨਾਂ ਨੂੰ ਕਹੋ ਕਿ ਆਪਣੇ ਪ੍ਰਧਾਨ ਜਿਹੜਾ ਹੈਗਾ ਪਾਰਟੀ ਦਾ, ਮੁੱਖ ਮੰਤਰੀ ਦੇ ਨਾਲ ਜਿਹੜੀ ਲੜਾਈ ਲੜੀ ਜਾ ਰਿਹਾ, ਪਹਿਲੀ ਗੱਲ 5 ਸਾਲ ਇਹਨਾਂ ਦੇ ਕੋਲ ਸੀਗੇ, ਫੜ ਲੈਣ। ਨਸ਼ੇ ਤਾਂ 5 ਗੁਣਾ ਵੱਧ ਗਏ ਨੇ ਕਿ ਅੱਜ ਵੀ ਕੋਈ ਹੋਰ ਵੇਚ ਰਿਹਾ ਕਿ ਖੁਦ ਵੇਚ ਰਹੇ ਨੇ।
ਤੇ ਉਹ ਰਿਪੋਰਟ ਮੈਂ ਤਾਂ ਆ ਵੀ ਸੁਣਿਆ ਕਿ ਬੀਬੀ ਜੀ ਕਿਸੇ ਮੈਨੂੰ ਦੱਸ ਰਹੇ ਸੀ ਕਿ ਬੀਬੀ ਜੀ ਕਹਿੰਦੇ ਕਿ ਜਿਹੜੇ ਅਦਾਲਤ 'ਚ ਦਿੱਤੀ ਹੈ ਉਹ ਰਿਪੋਰਟ ਇਹਨਾਂ ਨੇ ਦੇਖੀ ਹੋਈ ਹੈ। ਦੀ ਅਦਾਲਤ ਦੀ ਰਿਪੋਰਟ ਬੀਬੀ ਜੀ ਨੂੰ ਕਿਵੇਂ ਦੇਖੇ? ਜਿਵੇਂ ਕੁੰਵਰ ਪ੍ਰਤਾਪ ਨੂੰ ਹੁਕਮ ਮਿਲਦੇ ਸੀਗੇ ਸਿੱਧੂ ਸਾਹਿਬ ਦੇ ਘਰੋਂ, ਰਿਪੋਰਟਾਂ ਉਹਨਾਂ ਦੇ ਘਰ ਪਹੁੰਚਦੀਆਂ ਸੀਗੀਆਂ। ਇਹ ਸਾਰਾ ਸਿਆਸੀ ਨਾਚ ਸਾਰੇ ਦੇਖ ਰਹੇ ਨੇ। ਕੱਲੇ ਬਾਦਲ ਜੇਲ੍ਹ ਕਰਕੇ ਨਾ ਕਿਸੇ ਦੇ ਬੱਚੇ ਨੂੰ ਨੌਕਰੀ ਮਿਲੀ, ਨਾ ਕਿਸੇ ਦਾ ਕਰਜ਼ਾ ਮਾਫ ਹੋਇਆ। ਗੁਲਾਬੀ ਸੁੰਡੀ ਦੇ ਨਾਲ ਕਿਸਾਨ ਖੇਤਾਂ ਨਰਮਾ ਬਰਬਾਦ ਹੋ ਗਿਆ, ਗੜੇ ਦੇ ਨਾਲ ਅੱਧ ਬਰਬਾਦ ਹੋ ਗਏ। ਕਣਕ ਦੀ ਬਿਜਾਈ ਵਾਸਤੇ ਡੀਏਪੀ ਨਹੀਂ, ਲੇਕਿਨ ਇਹਨਾਂ ਨੂੰ ਤਾਂ ਬਾਦਲ ਦੇ ਸੋਚਦੇ ਕਿ ਬਸ ਇਹਦੇ ਨਾਲ ਹੀ ਸਾਰਾ ਟਾਈਮ ਟਪਾ ਦੇਣਗੇ। ਤੁਸੀਂ ਕੱਲ ਇੱਕ ਟਵੀਟ ਕੀਤਾ ਸੀ ਮੈਮ, ਸਾਰਿਆਂ ਦੇ ਉੱਤੇ ਹੈਗਾ। ਕੁੰਵਰ ਵਿਜੇ ਪ੍ਰਤਾਪ ਦੀ ਕਹਾਣੀ ਸਾਰਿਆਂ ਦੇ ਸਾਹਮਣੇ ਆ ਗਈ, ਹੌਲੀ ਇਹਨਾਂ ਸਾਰਿਆਂ ਦੀ ਸਾਹਮਣੇ ਆਊਗੀ। ਇੱਕ ਪ੍ਰਧਾਨ ਮੰਤਰੀ ਨੂੰ ਮੈਮ ਇੱਕ 3 ਕਾਤੀ ਪ੍ਰੋਗਰਾਮ ਵਾਸਤੇ ਵੀ ਤੁਸੀਂ ਇੱਕ ਲਿਖਿਆ ਸੀਗਾ ਵੀ ਕੀ ਪ੍ਰੋਗਰਾਮ ਹੈ? ਜੀ ਬਿਲਕੁਲ, ਮੈਂ ਗੁਰੂ ਸਾਹਿਬ ਦਾ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਆ ਰਿਹਾ ਹੈਗਾ ਤੇ ਬਹੁਤ ਸਦੀਆਂ ਦੀ ਅਰਦਾਸ ਬੇਨਤੀ ਦੇ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਸਾਡੇ ਗਰੀਬਾਂ ਦੀ ਅਰਦਾਸ ਬੇਨਤੀ ਸੁਣ ਕੇ ਸਾਨੂੰ ਦਰਸ਼ਨ ਦੀਦਾਰ ਬਖਸ਼ੇ ਸੀਗੇ। ਲੇਕਿਨ ਕੋਵਿਡ ਦੀ ਆੜ 'ਚ ਹੁਣ ਜਿੱਥੇ ਬੰਦ ਹੋਇਆ ਤੇ ਹੁਣ ਸਕੂਲ ਹੋਏ, ਕਾਲਜ ਹੋਏ, ਕਲੱਬ ਹੋਏ, ਮਾਲ ਹੋਏ, ਸਾਰਾ ਕੁਝ ਖੁੱਲ ਗਿਆ ਹੈ। ਤੇ ਉਹ ਕੀ ਗੱਲ ਹੈ ਕਿ ਇਹ ਕੇਂਦਰ ਦੀ ਸਰਕਾਰ, ਪਾਕਿਸਤਾਨ ਵੀ ਕਹਿੰਦੇ ਉਹ ਖੋਲਣ ਨੂੰ ਤਿਆਰ ਨੇ ਕਾਫੀ ਚਿਰ ਦਾ, ਲੇਕਿਨ ਕੀ ਕਾਰਨ ਹੈ ਕਿ ਮੋਦੀ ਸਾਹਿਬ ਜਿਹੜੇ ਕਹਿੰਦੇ ਨੇ ਕੇਂਦਰ ਦੀ ਸਰਕਾਰ ਕੀ ਬਹੁਤ ਕੁਝ ਆਪਾਂ ਕੀਤਾ ਹੈਗਾ, ਤਾਂ ਕਿਉਂ ਨਹੀਂ ਖੋਲ ਰਹੇ ਨੇ ਇਸ ਕਰਤਾਰਪੁਰ ਸਾਹਿਬ ਲਾਂਘੇ ਤੋਂ? ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਪੁਰਬ ਨੂੰ ਦੇਖਦੇ ਹੋਏ, ਗੁਰੂ ਨਾਨਕ ਸਾਹਿਬ ਦੇ ਦਿਹਾੜੇ ਨੂੰ ਦੇਖਦੇ ਹੋ, ਬਹੁਤ ਸਾਰੀ ਆਸਥਾ ਤੇ ਉਮੀਦਾਂ ਦੁਨੀਆ ਭਰ ਦੇ ਲੋਕਾਂ ਦੀ ਜੁੜੀ ਹੋਈ ਹੈ। ਤੁਸੀਂ ਇੱਕ ਵਾਰ ਫੇਰ ਇਸ ਕਰਤਾਰਪੁਰ ਸਾਹਿਬ ਲਾਂਘੇ ਨੂੰ ਇਕੱਲੇ ਖੋਲੋ ਹੀ ਨਹੀਂ, ਲੇਕਿਨ ਜਿਵੇਂ ਆਹ ਧਰਤੀ 'ਚ ਜਿੱਥੇ ਆਪਾਂ ਅੱਜ ਖੜੇ ਹਾਂ, ਸ਼ਹੀਦਾਂ ਦੀ ਧਰਤੀ 'ਚ, ਜਦ ਦੇਸ਼ ਦਾ ਬਟਵਾਰਾ ਹੋਇਆ ਸੀ ਤੇ ਇਹ ਵੀ ਪਾਕਿਸਤਾਨ ਦੇ ਹਿੱਸੇ 'ਚ ਚਲੀ ਗਈ ਸੀ। ਲੇਕਿਨ ਇਸ ਧਰਤੀ ਦੇ ਨਾਲ ਜਿਸ ਤਰ੍ਹਾਂ ਸਾਡੀ ਆਸਥਾ ਹੈ ਕੁਰਬਾਨੀ ਦੀ, ਜਿਸ ਤੇ ਆਸਥਾ ਹੈਗੀ, ਜਿਹਦੇ ਨਾਲ ਪੀੜ੍ਹੀ ਦਰ ਪੀੜ੍ਹੀ ਨੌਜਵਾਨਾਂ ਨੂੰ ਇੱਥੋਂ ਬਹੁਤ ਸਾਰਾ ਜਜ਼ਬਾ ਮਿਲਦਾ ਹੈ, ਬਹੁਤ ਸਾਰੇ ਕੁਰਬਾਨੀ ਦੀ ਕਹਾਣੀਆਂ ਦੇ ਨਾਲ ਹੌਸਲਾ ਮਿਲਦਾ ਹੈ। ਉਸ ਸਮੇਂ ਵੀ ਹਿੰਦੁਸਤਾਨ ਨੇ ਆਪਣੀ ਜ਼ਮੀਨ ਦੇ ਕੇ ਇਸ ਪਾਵਨ ਧਰਤੀ ਨੂੰ ਆਪਣੇ ਦੇਸ਼ ਵਿੱਚ ਰੱਖਿਆ ਸੀ। ਤਾਂ ਮੈਂ ਅੱਜ ਆਹੀ ਅਪੀਲ ਕੀਤੀ ਹੈ ਕਿ ਸਾਡੀ ਅਰਦਾਸ ਸਾਡੇ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਤਾਂ ਹੀ ਹੋਣਗੇ ਜੇ ਤੁਸੀਂ ਇਸ ਪੀਸ ਕੋਰੀਡੋਰ ਨੂੰ ਮਲਟੀ ਫੇਥ ਪੀਸ ਕੋਰੀਡੋਰ ਕਰਕੇ ਸਾਰੇ ਧਾਰਮਿਕ ਸਥਾਨ ਜਿਹੜੇ ਹਿੰਦੂਆਂ ਦੇ ਹੈਗੇ, ਸਿੱਖਾਂ ਦੇ ਹੈਗੇ, ਸਾਡਾ ਤਾਂ ਸਭ ਕੁਝ ਉੱਥੇ ਰਹਿ ਗਿਆ ਹੈ, ਉਹਨਾਂ ਸਾਰਿਆਂ ਨੂੰ ਜੋੜੋ। ਤੇ ਪਾਕਿਸਤਾਨ ਦੇ ਨਾਲ ਜਿਵੇਂ ਬੰਗਲਾਦੇਸ਼ ਦੇ ਨਾਲ ਫਰਾਕਾ ਡੈਮ ਵਾਸਤੇ ਅਸਾਂ ਤਬਾਦਲਾ ਕੀਤਾ ਸੀਗਾ, ਇਸ ਹੁਸੈਨੀਵਾਲਾ ਵਾਸਤੇ ਅਸੀਂ ਤਬਾਦਲਾ ਕੀਤਾ ਸੀ, ਤੇ 4 ਕਿਲੋਮੀਟਰ ਦੀ ਦੂਰੀ 'ਚ ਸਾਡਾ ਕਰਤਾਰਪੁਰ ਸਾਹਿਬ ਲਾਂਘਾ ਹੈ। ਕਿਉਂ ਤੁਸੀਂ ਕੋਈ ਜ਼ਮੀਨ ਦੀ ਕਿਤੇ ਹੋਰ ਤਬਾਦਲਾ ਕਰਕੇ ਪਾਕਿਸਤਾਨ ਦੇ ਨਾਲ ਉਹ ਗੱਲਬਾਤ ਫੇਰ ਉਠਾਓ ਜਿਹੜੀ ਅਕਾਲੀ ਦਲ ਨੇ ਸ਼ੁਰੂ ਸੇ 1948 'ਚ ਉਠਾਈ ਸੀਗੀ। ਤੁਸੀਂ ਇੱਕ ਵਾਰ ਫੇਰ ਉਹ ਗੱਲਬਾਤ ਸ਼ੁਰੂ ਕਰੋ ਤਾਂ ਕਿ ਸਾਡਾ ਕਰਤਾਰਪੁਰ ਸਾਹਿਬ ਸਾਡੇ ਹਿੱਸੇ 'ਚ ਹੋ ਜਾਏ ਤੇ ਉਹਦੀ ਸੇਵਾ ਸੰਭਾਲ ਸਾਡੀ ਝੋਲੀ 'ਚ ਪੈ ਜਾਏ। ਕੱਲ ਤੁਹਾਡਾ ਟਵੀਟ ਆਇਆ ਸੀ ਮੈਮ ਹੁਸੈਨੀਵਾਲਾ ਬਾਰਡਰ ਦੇ ਉੱਪਰ। ਹਾਂਜੀ, ਅੱਜ ਫਿਰੋਜ਼ਪੁਰ ਦੇ ਦੌਰੇ 'ਚ ਸਭ ਤੋਂ ਪਹਿਲੇ ਇਸ ਧਰਤੀ 'ਚ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੇ ਕਰਕੇ ਸਾਡੇ ਦੇਸ਼ ਆਜ਼ਾਦ ਹੋਇਆ ਹੈ, ਅੱਜ ਉਹਨਾਂ ਨੂੰ ਨਤਮਸਤਕ ਹੋ ਕੇ ਅੱਜ ਲੋੜ ਹੈ ਕਿ ਪੰਜਾਬ ਨੂੰ ਇਹੋ ਜੀ ਪਾਰਟੀਆਂ ਦੇ ਜੰਗਲ ਤੋਂ ਆਜ਼ਾਦ ਕੀਤਾ ਜਾਏ ਜਿਨ੍ਹਾਂ ਨੇ ਉਹ ਹਾਲ ਕਰਤਾ। ਗੋਰੇ ਤਾਂ ਇਹਨਾਂ ਨੇ ਸਾਨੂੰ ਰਿਹਾ ਕਰਾਤਾ ਗੋਰਿਆਂ ਤੋਂ, ਲੇਕਿਨ ਜਿਹੜੇ ਕਾਲੇ ਗੋਰੇ ਇੱਥੇ ਰਾਜ ਕਰੀ ਬੈਠੇ ਨੇ, ਲੁੱਟ ਖਸੁੱਟ ਆਦ ਗੁੰਡਾਗਰਦੀ ਆਦ, ਇਹਨਾਂ ਸਾਰੀ ਚੀਜ਼ਾਂ ਤੋਂ ਹੁਣ ਪੰਜਾਬ ਰਿਹਾਈ ਮੰਗਦਾ ਹੈ। ਰੇਤਾ ਦੇ ਰੇਟ ਘਟਾਏ ਗਏ ਕਿਵੇਂ ਦੇ ਦਿਓ? ਰਾਜਾ ਵੜਿੰਗ ਨੂੰ ਕਿਵੇਂ ਦੇ? ਬੱਸਾਂ ਅਕਾਲੀ ਦਲ ਦੀਆਂ ਸਾਰੀਆਂ ਬੱਸਾਂ ਬੰਦ ਕਰਨ ਦੀ ਗੱਲ ਆਖੀ ਗਈ, ਹੋਟਲ ਬੰਦ ਕਰਨ ਦੀ ਗੱਲ ਆਖੀ ਗਈ, ਕਿਵੇਂ ਦੇ ਦਿਓ? ਇਲੈਕਸ਼ਨ ਹਾਰਿਆ ਹੋਇਆ ਆਪਣਾ ਕੱਢੀ ਜਾਏ। ਦੱਸਦੀ ਕਿ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਜਾਵੇ ਤਾਂ ਜੋ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਸਕੇ। ਹਰਸਿਮਰਤ ਬਾਦਲ ਨੇ ਕਿਹਾ ਕਿ ਅੱਜ ਜਦੋਂ ਸਭ ਕੁਝ ਖੋਲ ਦਿੱਤਾ ਗਿਆ ਹੈ ਤਾਂ ਅਜਿਹਾ ਕੀ ਕਰਨਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਪੰਜਾਬੀ ਲੋਕ ਚੈਨਲ।